ओम शांति। अज 22/7/2022 की बाणी है। बाबा आखदे ना मिठे बच्चे हुण दुख दे बंधना तो छुट सुख दे संबंध विच जाना है। इसलिए पुराने कर्म बंधन दे हिसाब किताब सब चुकतू करने हन। अज बाबा ने प्रश्न पूछया, इस युद्ध स्थल ते बेहद दी बॉक्सिंग केड़ी है? बॉक्सिंग विच विजय दा आधार की है? अज बाबा दा उत्तर है, माया रावण नाल तुसी बच्चियां दी बेहद दी बॉक्सिंग है। इस नूं ही मल युद्ध कहा जाता है। इस बॉक्सिंग विच विजय बनने दे लई बुद्धि विच रहे असी कल्प कल्प जित पाई है। माया रावण ते जित पाउण दे लई 5 भूतां दा दान देना है। दान विच दे के फिर कदी वापस नहीं लेना है। जेकर दान देकर वापस लिया काम क्रोध दे वश होए तां सब भूत फिर सुताण लगणगे। गीत है, एक तू जो मिला सारी दुनिया मिली। ओम शांति। ये रिकॉर्ड है जो बंधना तो मुक्त हो संबंध विच आए हन। इस समय है माया दा बंधन। इस नूं ही आसुरी बंधन कहा जाता है। हुण तुहाडा है ईश्वरीय संबंध। बंधन विच है दुख, संबंध विच है सुख। इसलिए कहते हन, दुख दे बंधन कट सानू सुख दे बंधन विच लियो। भगती मार्ग विच भगतां दी पुकार हुंदी है। भगत मतलब भगवान नूं याद करन वाले। पर दुनिया विच एक भी भगत नहीं जिसनूं भगवान दा पता होवे। इसलिए आधा कल्प तो भगती मार्ग चलिया आंदा है। साधु भी साधना करते हैं, भगवान नाल मिलण दे लई बंदगी करते हैं। भगवान तां एक है, उन्हां कोल वरसा मिलता है। हद दा बाप दा वरसा तां है, फिर भी बेहद दे बाप नूं याद करते हैं, क्योंकि हद दे वरसे विच दुख है, बेहद दे वरसे विच सुख है। ये भी तुसी जानते हो। तुहाडे बंधन कट्टण लई बाप सम्मुख बैठे हन। गाया भी जाता है, दुख हरता सुख करता, दुख हरता शांति करता नहीं कहेंगे। सब शांति विच चले जाण, फिर तां सृष्टि ही ना रहे। इसलिए दुख हरता सुख करता कहा जाता है। सब नूं सुख दिंदे हन, मुक्ति पाउंदे हन। जीवन मुक्ति पाउण दे लई सिर्फ मुक्त कहिए ਉਹ फिर मोक्ष हो जाए। मुक्ति दे नाल जीवन मुक्ति जरूर है। जीवन मुक्ति है सुख दा संबंध। ਜਦੋਂ कि आत्मा सतो प्रधान ਹਨ। ਇੱਥੇ ਤੁਸੀਂ ਆਏ ਹੋ ਦੁੱਖ ਦੇ ਬੰਧਨ ਤੋਂ ਛੁੱਟਣ ਦੇ ਲਈ। ਦੂਸਰੇ ਪਾਸੇ ਸੁੱਖ ਦੇ ਸੰਬੰਧ ਵਿੱਚ ਜੁਟਦੇ ਜਾ ਰਹੇ ਹੋ। ਕਰਮ ਬੰਧਨ ਦਾ ਹਿਸਾਬ ਕਿਤਾਬ ਚੁਕਤੂ ਕਰਨਾ ਪੈਂਦਾ ਹੈ। ਨਈ ਦੁਨੀਆ ਵਿੱਚ ਦੁੱਖ ਹੈ ਨਹੀਂ। ਪਹਿਲੇ ਹੈ ਸੁੱਖ ਦਾ ਸੰਬੰਧ, ਬਾਅਦ ਵਿੱਚ ਫਿਰ ਦੁੱਖ ਦਾ ਬੰਧਨ ਸ਼ੁਰੂ ਹੁੰਦਾ ਹੈ। ਸੁੱਖ ਦੁੱਖ ਦੇ ਖੇਡ ਦੇ ਲਈ ਤੁਸੀਂ ਬਹੁਤ ਸੁੱਖ ਅਤੇ ਬਹੁਤ ਦੁੱਖ ਵੀ ਵੇਖਦੇ ਹੋ। ਉਹ ਥੋੜਾ ਦੁੱਖ ਤਾਂ ਥੋੜਾ ਸੁੱਖ ਦੇਖਦੇ ਹਨ। ਭਾਰਤ ਜੋ ਹੈਵਨ ਸਾਲਵੈਂਟ ਸੀ, ਹੁਣ ਹੈਲ ਇਨਸਾਲਵੈਂਟ ਹੈ। ਸਭ ਤੋਂ ਨਿਆ ਸੀ, ਹੁਣ ਸਭ ਤੋਂ ਪੁਰਾਣਾ ਹੈ। ਬਹੁਤ ਦੁੱਖ ਦੇਖੇ ਹਨ, ਹੁਣ ਵੀ ਬਹੁਤ ਦੁੱਖ ਹਨ। ਇਹਨਾਂ ਦੁੱਖਾਂ ਤੋਂ ਛੁੱਟਣ ਦੇ ਲਈ ਬਾਪ ਨੂੰ ਪੁਕਾਰਦੇ ਹਨ। ਇਹਨਾਂ ਨੂੰ ਪਿਓ ਕਿਹਾ ਜਾਂਦਾ ਹੈ। ਉਹ ਹੱਦ ਦੇ ਪਿਓ ਨੂੰ ਪੁਕਾਰਦੇ ਹਨ। ਹੁਣ ਤੁਸੀਂ ਸਮਝਦੇ ਹੋ ਉਹਨਾਂ ਨੂੰ ਦੁੱਖ ਹੈ ਤਾਂ ਹੀ ਪੁਕਾਰਦੇ ਹਨ। ਹੁਣ ਸ਼੍ਰੀਮਤ ਤੇ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਸੁਖ ਧਾਮ ਵਿੱਚ ਜਾਣ ਦਾ। ਬਾਪ ਕਹਿੰਦੇ ਹਨ, ਹਰ 5000 ਵਰੇ ਬਾਅਦ ਆਉਂਦੇ ਹਾਂ। ਤੁਹਾਡੀ ਬੁੱਧੀ ਵਿੱਚ ਹੁਣ ਗਿਆਨ ਭਰਿਆ ਹੋਇਆ ਹੈ ਆਦਿ ਤੋਂ ਅੰਤ ਤੱਕ। ਤਾਂ ਤ੍ਰਿਕਾਲਦਰਸ਼ੀ ਹੋਏ ਨਾ। ਤੁਸੀਂ ਤਿੰਨੋਂ ਲੋਕਾਂ ਨੂੰ ਜਾਣਦੇ ਹੋ। ਮੂਲ ਵਤਨ ਵਿੱਚ ਅਸੀਂ ਆਤਮਾएं ਸ਼ਾਂਤੀ ਵਿੱਚ ਰਹਿੰਦੀਆਂ ਹਾਂ। ਅਸੀਂ ਅਸਲ ਵਿੱਚ ਉਸ ਨਿਰਮਾਣ ਧਾਮ ਦੇ ਵਾਸੀ ਹਾਂ। ਫਿਰ ਪ੍ਰਵਿੱਤੀ ਧਰਮ ਵਿੱਚ ਆਉਣ ਨਾਲ ਇਹਨਾਂ ਆਰਗਨਸ ਦੁਆਰਾ ਪਾਠ ਵਜਾਉਂਦੇ ਹਾਂ। ਤੁਸੀਂ ਸੁੱਖ ਅਤੇ ਦੁੱਖ ਦਾ ਪਾਠ
ਬੁਝਾਉਂਦੇ ਹੋ। ਆਦਿ ਤੋਂ ਅੰਤ ਤੱਕ ਤੁਸੀਂ ਆਲਰਾਊਂਡਰ ਹੋ। ਤੁਸੀਂ ਹੀ 84 ਜਨਮ ਲੈਂਦੇ ਹੋ। ਤੁਹਾਨੂੰ ਹੁਣ ਰੋਸ਼ਨੀ ਮਿਲੀ ਹੈ। 84 ਲੱਖ ਜਨਮ ਤਾਂ ਹੋ ਨਾ ਸਕਣ। ਮਨੁੱਖ 84 ਜਨਮ ਲੈਂਦੇ ਹਨ। ਬਾਕੀ ਵੈਰਾਈਟੀ ਜੋਨੀਆਂ ਢੇਰ ਹਨ। ਗਿਣਤੀ ਕਰਨ ਵਾਲਾ ਤਾਂ ਕੋਈ ਨਹੀਂ ਹੈ। ਇਵੇਂ ਹੀ ਤੁੱਕਾ ਲਗਾ ਦਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਕੌਣ 84 ਜਨਮ ਲੈਂਦੇ ਹਨ। ਸਿੱਖ ਲੋਕ ਅਤੇ ਆਰਿਆ ਸਮਾਜੀ ਬੋਧੀ ਆਦਿ 84 ਜਨਮ ਨਹੀਂ ਲੈਣਗੇ। ਤੁਸੀਂ ਬਾਪ ਨੂੰ ਜਾਣਦੇ ਹੋ, ਇਸ ਲਈ ਕਹਿੰਦੇ ਹੋ ਗੀਤਾ ਦਾ ਭਗਵਾਨ ਕੌਣ? ਗਿਆਨ ਸਾਗਰ ਪਤਿਤ ਪਾਵਨ ਹੈਵਨਲੀ ਗॉड ਫਾਦਰ ਜਾਂ ਸਰਵਗੁਣ ਸੰਪੰਨ ਹੈਵਨ ਦਾ ਪਹਿਲਾ ਪ੍ਰਿੰਸ ਸ਼੍ਰੀ ਕ੍ਰਿਸ਼ਨ। ਇਹ ਪਹੇਲੀ ਤਾਂ ਬਹੁਤ ਸਹਿਜ ਹੈ, ਇਸ ਲਈ ਬਾਬਾ ਇਵੇਂ ਦੀਆਂ ਪਹੇਲੀਆਂ ਛਪਾ ਰਹੇ ਹਨ ਤਾਂ ਮਨੁੱਖਾਂ ਦੀ ਬੁੱਧੀ ਵਿੱਚ ਬੈਠੇ। ਤਾਂ ਜੱਜ ਕਰੋ ਕਿ ਗੀਤਾ ਦਾ ਭਗਵਾਨ ਕੌਣ? ਹੈਵਨਲੀ ਗॉड ਫਾਦਰ ਹੈ, ਹੈਵਨ ਸਥਾਪਨ ਕਰਨੇ ਵਾਲਾ। ਪਤਿਤਾਂ ਨੂੰ ਪਾਵਨ ਬਣਾਉਣ ਵਿੱਚ ਕਿੰਨਾ ਟਾਈਮ ਲੱਗਦਾ ਹੈ? ਮੂਲ ਬਾਤ ਹੈ ਪਵਿੱਤਰ ਰਹਿਣ ਦੀ। ਇੱਕ ਨਾਲ ਬੁੱਧੀ ਲਗਾਉਣਾ ਹੈ, ਕਾਰਵਾਰ ਛੱਡਣਾ ਨਹੀਂ ਹੈ। ਉਹ ਤਾਂ ਹੱਦ ਦੇ ਸੰਨਿਆਸੀ ਛੱਡਦੇ ਹਨ। ਤੁਹਾਡਾ ਹੈ ਬੇਹੱਦ ਦਾ ਸੰਨਿਆਸ। ਉਹ ਫਿਰ ਵੀ ਪੁਰਾਣੀ ਦੁਨੀਆ ਵਿੱਚ ਰਹਿੰਦੇ ਹਨ। ਤੁਹਾਨੂੰ ਸਾਰੀ ਦੁਨੀਆ ਨੂੰ ਭੁੱਲਣਾ ਪੈਂਦਾ ਹੈ। ਸਾਨੂੰ ਹੱਦ ਤੋਂ ਬੇਹੱਦ ਵਿੱਚ ਜਾਣਾ ਹੈ। ਉਹ ਹੈ ਸ਼ਾਂਤੀ ਧਾਮ। ਉੱਥੇ ਸ਼ਾਂਤੀ ਹੀ ਸ਼ਾਂਤੀ ਹੈ। ਬਾਕੀ ਹੱਦ ਅਤੇ ਬੇਹੱਦ ਦਾ ਸੁੱਖ ਇੱਥੇ ਹੈ। ਤੁਹਾਨੂੰ ਹੱਦ ਅਤੇ ਬੇਹੱਦ ਤੋਂ ਪਾਰ ਜਾਣਾ ਹੈ। ਸ਼ਾਂਤੀ ਧਾਮ ਸਾਡਾ ਆਤਮਾ ਦਾ ਘਰ ਹੈ। ਉੱਥੇ ਕੋਈ ਪਾਠ ਆਤਮਾ ਬਜਾਉਂਦੀ ਨਹੀਂ ਹੈ, ਆਰਗਨਸ ਨਹੀਂ ਹਨ। ਫਿਰ ਡਰਾਮਾ ਅਨੁਸਾਰ ਤੁਹਾਡਾ ਸਤਯੁਗ ਦਾ ਪਾਠ ਇਮਰਜ ਹੁੰਦਾ ਹੈ ਜੋ ਤੁਸੀਂ ਪਾਠ ਬਜਾਣਾ ਹੈ। ਕਲਪ ਕਲਪ ਉਹੀ ਪਾਠ ਬਜਾਉਂਦੇ ਹਨ। ਇਹ ਗੱਲਾਂ ਤੁਹਾਡੇ ਸਿਵਾਏ ਕੋਈ ਦੱਸ ਨਹੀਂ ਸਕਦੇ। ਸੁੱਖ ਦਾ ਸੰਬੰਧ ਅਤੇ ਦੁੱਖ ਦਾ ਬੰਧਨ ਤੁਸੀਂ ਜਾਣਦੇ ਹੋ। ਤੁਹਾਨੂੰ ਰਹਿਣਾ ਹੀ ਆਸੁਰੀ ਸੰਬੰਧ ਵਿੱਚ ਹੈ, ਕਿਉਂਕਿ ਤੁਸੀਂ ਹੁਣ ਈਸ਼ਵਰੀ ਸੰਬੰਧ ਵਿੱਚ ਨਹੀਂ ਰਹਿ ਸਕੋਗੇ। ਇੰਨਾ ਸਭ ਕਿੱਥੇ ਰਹਿਣਗੇ? ਫਿਰ ਤਾਂ ਸੰਨਿਆਸੀਆਂ ਮੁਆਫਿਕ ਹੋ ਜਾਣ। ਕੁਟੁੰਬ ਨੂੰ ਕਿੱਥੋਂ ਲੈ ਆਉਣਗੇ? ਬੱਚੇ ਬ੍ਰਿਧੀ ਨੂੰ ਪਾਉਂਦੇ ਰਹਿਣਗੇ। ਪਹਿਲੇ ਛੋਟਾ ਘਰ ਸੀ, 3 ਪੈਰ ਪ੍ਰਿਥਵੀ ਦੇ ਸਨ। ਤੁਸੀਂ ਕੋਠੜੀ ਵਿੱਚ ਆਉਂਦੇ ਸੀ। ਜਿਵੇਂ ਬਾਬਾ ਕਹਿੰਦੇ ਹਨ ਘਰ ਵਿੱਚ ਗੀਤਾ ਪਾਠਸ਼ਾਲਾ ਖੋਲੋ, ਉਵੇਂ ਹੀ ਸੀ। ਪੁੱਛਦੇ ਹਨ ਸ਼ੁਰੂ ਕਿਵੇਂ ਹੋਇਆ? ਬਾਬਾ ਦੱਸਦੇ ਹਨ ਸ਼ੁਰੂ ਇਵੇਂ ਹੋਇਆ ਸੀ। ਪਹਿਲੇ 3 ਪੈਰ ਪ੍ਰਿਥਵੀ ਦੇ ਲਏ, ਫਿਰ ਪਿੱਛੇ ਵੱਡੇ ਮਕਾਨ ਲਏ। ਬੱਚੇ ਵੀ ਬਹੁਤ ਆ ਗਏ, ਭੱਠੀ ਬਣੀ, ਮੋਟਰਾਂ ਬੱਸ ਆਦਿ ਵੀ ਰੱਖੀ। ਇਸ ਲਈ ਬਾਬਾ ਬੱਚਿਆਂ ਨੂੰ ਕਹਿੰਦੇ ਹਨ 3 ਪੈਰ ਪ੍ਰਿਥਵੀ ਲੈ ਕੇ ਪਾਠਸ਼ਾਲਾ ਖੋਲੋ, ਫਿਰ ਤਾਂ ਤੁਸੀਂ ਸਾਰੇ ਵਿਸ਼ਵ ਦਾ ਮਾਲਿਕ ਬਣਦੇ ਹੋ। ਗਾਉਂਦੇ ਹਨ ਈਸ਼ਵਰ ਵਿਸ਼ਵ ਦਾ ਮਾਲਿਕ ਹੈ, ਪਰ ਤੁਸੀਂ ਜਾਣਦੇ ਹੋ ਵਿਸ਼ਵ ਸ੍ਰਿਸ਼ਟੀ ਨੂੰ ਕਿਹਾ ਜਾਂਦਾ ਹੈ। ਬਾਪ ਦਾ ਮਾਲਿਕ ਬਣਦੇ ਨਹੀਂ ਹਨ। ਬਾਪ ਤਾਂ ਆਉਂਦੇ ਹਨ ਖਿਦਮਤ ਮਾਨਾ ਸੇਵਾ ਕਰਨ। ਜਦੋਂ ਸਾਰੀ ਯੂਨੀਵਰਸ ਦੁਖੀ ਹੁੰਦੀ ਹੈ, ਇਹ ਭਗਵਾਨ ਦੀ ਯੂਨੀਵਰਸਿਟੀ ਸਾਰੇ ਯੂਨੀਵਰਸ ਦੇ ਲਈ ਹੈ। ਕਾਲਜ ਵੀ ਹਨ, ਸਭ ਨੂੰ ਸਦਗਤੀ ਮਿਲਦੀ ਹੈ। ਦੁਰਗਤੀ ਵਿੱਚ ਵੀ ਜਾਂਦੇ ਹਨ ਨਾ। ਸੂਖਸ਼ਮ ਵਤਨ ਮੂਲ ਵਤਨ ਵਿੱਚ ਤਾਂ ਦੁਰਗਤੀ ਵਿੱਚ ਨਹੀਂ ਜਾਂਦੇ ਹਨ। ਇਸ ਲਈ ਤਾਂ ਸਾਰੇ ਯੂਨੀਵਰਸ ਦਾ ਕਲਿਆਣ ਹੁੰਦਾ ਹੈ। ਇਹ ਗੱਲਾਂ ਕਿਸੇ ਸ਼ਾਸਤਰਾਂ ਵਿੱਚ ਨਹੀਂ ਹਨ। ਸਭ ਦੀ ਗਤੀ ਸਦਗਤੀ ਦੇ ਲਈ ਕਹਿੰਦੇ ਹਨ। ਮੈਨੂੰ ਆਣਾ ਪੈਂਦਾ ਹੈ, ਨਹੀਂ ਤਾਂ ਪਾਵਨ ਕਿਵੇਂ ਬਣਾਵਾਂਗਾ? ਰਾਵਣ ਵੀ ਕਿੰਨਾ ਸਮਰਥ ਹੈ। ਤੁਸੀਂ ਸਾਡੇ ਪਾਸੇ ਆਉਂਦੇ ਹੋ, ਰਾਵਣ ਫਿਰ ਖਿੱਚ ਲੈਂਦੇ ਹਨ। ਮਾਇਆ ਬੜੀ ਜ਼ਬਰਦਸਤ ਹੈ। ਮਾਇਆ ਤੁਹਾਨੂੰ ਦੁੱਖ ਵਿੱਚ ਲੈ ਜਾਂਦੀ ਹੈ। ਇਹ ਖੇਡ ਹੈ। ਬਾਕਸਿੰਗ ਵਿੱਚ ਦੋਨੋਂ ਹੀ ਸਮਰਥ ਹਨ। ਆਧਾ ਕਲਪ ਹਾਰ, ਆਧਾ ਕਲਪ ਜਿੱਤ ਹੁੰਦੀ ਹੈ। ਕਲਪ ਪਹਿਲੇ ਵੀ ਤੁਸੀਂ ਜਿੱਤ ਪਾਈ ਸੀ। ਤੁਸੀਂ ਦੇਖ ਰਹੇ ਹੋ ਕੌਣ ਨਿਕਲ ਰਹੇ ਹੈ। ਤੁਸੀਂ ਬੱਚੇ ਇਹ ਸਭ ਜਾਣਦੇ ਹੋ। ਦੁਨੀਆ ਨੂੰ ਬਦਲਣਾ ਹੁੰਦਾ ਹੈ, ਇਸ ਲਈ ਇਹ ਮਹਾਭਾਰਤ ਲੜਾਈ ਹੈ। ਤੁਹਾਡੀ ਬੁੱਧੀ ਖੁੱਲ ਗਈ ਹੈ। ਕਿਵੇਂ ਯੁੱਧ ਦੇ ਮੈਦਾਨ ਵਿੱਚ ਖੜੇ ਹਨ। ਮਾਇਆ ਸਾਹਮਣਾ ਕਰਦੀ ਹੈ।
ਬਾਪ ਕਹਿੰਦੇ ਹਨ ਪੂਰਾ ਜੋਗ ਲਗਾਓ, ਤੁਸੀਂ ਵੀ ਨਿਰਮਾਣ ਧਾਮ ਦੇ ਰਹਿਣ ਵਾਲੇ ਹੈ। ਜਿਵੇਂ ਬਾਬਾ ਉਵੇਂ ਤੁਸੀਂ। ਬਾਪ ਤੁਹਾਨੂੰ ਵਿਸ਼ਵ ਦਾ ਰਾਜ ਦਿੰਦੇ ਹਨ, ਉਸ ਦੇ ਬਦਲੇ ਦਿਵਯ ਦ੍ਰਿਸ਼ਟੀ ਦੀ ਚਾਬੀ ਆਪਣੇ ਕੋਲ ਰੱਖਦੇ ਹਨ। ਕਹਿੰਦੇ ਹਨ ਇਹ ਸਾਡੇ ਕੰਮ ਦੀ ਹੈ, ਭਗਤੀ ਮਾਰਗ ਵਿੱਚ ਤੁਹਾਨੂੰ ਖੁਸ਼ ਕਰਨਾ ਹੁੰਦਾ ਹੈ, ਬਾਕੀ ਕਿਸੇ ਨੂੰ ਦਿੰਦੇ ਨਹੀਂ ਹਾਂ, ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਿੰਦੇ ਹਾਂ। ਇਹ ਕੋਈ ਗੱਲ ਘੱਟ ਹੈ ਕਿ ਦਿਵਯ ਬੁੱਧੀ ਦੀ ਚਾਬੀ ਵੀ ਕੋਈ ਘੱਟ ਥੋੜੇ ਹੀ ਹੈ ਨਾ। ਖੇਲ ਕਿਵੇਂ ਦਾ ਹੈ ਜੋ ਚੰਗੀ ਤਰ੍ਹਾਂ ਸਮਝਦੇ ਹਨ, ਅੰਦਰ ਖੁਸ਼ੀ ਵਿੱਚ ਰਹਿੰਦੇ ਹਨ। ਜਨਮ ਅਸ਼ਟਮੀ ਤੇ ਵੀ ਸਮਝਾਇਆ ਕ੍ਰਿਸ਼ਨ ਦੀ ਜਯੰਤੀ ਨਹੀਂ, ਇਹ ਪਰਮ ਪਿਤਾ ਪਰਮਾਤਮਾ ਦੀ ਵੀ ਜਯੰਤੀ ਗਾਈ ਜਾਂਦੀ ਹੈ। ਪਹਿਲਾਂ ਕ੍ਰਿਸ਼ਨ ਜਯੰਤੀ ਮਨਾਉਂਦੇ ਹੋ, ਸ਼ਿਵ ਜਯੰਤੀ ਕਿੱਥੋਂ ਆਈ? ਪਹਿਲਾਂ ਸ਼ਿਵ ਜਯੰਤੀ ਹੋਵੇ ਫਿਰ ਹੀ ਤਾਂ ਕ੍ਰਿਸ਼ਨ ਦਾ ਜਨਮ ਹੋਵੇ। ਸ਼ਿਵ ਜਯੰਤੀ ਦੇ ਬਾਅਦ ਹੈ ਕ੍ਰਿਸ਼ਨ ਦੀ ਜਯੰਤੀ। ਸ਼ਿਵ ਬਾਬਾ ਹੀ ਭਾਰਤ ਨੂੰ ਸਵਰਗ ਬਣਾਉਂਦੇ ਹਨ। ਕਹਿੰਦੇ ਹਨ ਕਲਪ ਦੇ ਸੰਗਮ ਤੇ ਆ ਕੇ ਰਾਜਯੋਗ ਸਿਖਾਉਂਦਾ ਹਾਂ। ਮਹਾਭਾਰਤ ਦੀ ਲੜਾਈ ਹੋਵੇ ਤਾਂ ਨਰਕ ਦਾ ਵਿਨਾਸ਼, ਸਵਰਗ ਦੀ ਸਥਾਪਨਾ ਹੋਵੇ। ਸ਼ਿਵ ਬਾਬਾ ਸ਼ਿਵਾਲਿਆ ਸਥਾਪਨ ਕਰਦੇ ਹਨ, ਰਾਵਣ ਵੈਸ਼ਾਲਿਆ ਮਨਾਉਂਦੇ ਹਨ। ਜਿਸ ਤੋਂ ਸ਼੍ਰੀ ਕ੍ਰਿਸ਼ਨ ਨੇ ਪਦਵੀ ਪਾਈ ਉਸ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਅਸਲ ਵਿੱਚ ਸ਼ਿਵ ਜਯੰਤੀ ਹੀ ਮੁੱਖ ਹੈ, ਬਾਕੀ ਤਾਂ ਮਨੁੱਖ ਜਨਮ ਲੈਂਦਾ ਰਹਿੰਦਾ ਹੈ। ਜੋ ਪੂਜਯ ਦੇਵਤਾ ਹਨ ਉਹੀ ਫਿਰ ਪੁਜਾਰੀ ਬਣਦੇ ਹਨ। ਤੁਹਾਡੀ ਬੁੱਧੀ ਵਿੱਚ ਸਾਰਾ ਰਾਜ ਹੈ, ਸੋ ਵੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਬਾਬਾ ਤੁਹਾਨੂੰ ਸਮਝਾਉਂਦੇ ਹਨ, ਤੁਸੀਂ ਫਿਰ ਹੋਰਨਾਂ ਨੂੰ ਸਮਝਾਉਂਦੇ ਹੋ। ਪ੍ਰਿੰਸੀਪਲ ਆਦਿ ਨੂੰ ਵੀ ਸਮਝਾਉਣਾ ਚਾਹੀਦਾ ਹੈ। ਇਹ ਜੋ ਸਕੂਲਾਂ ਵਿੱਚ ਹਿਸਟਰੀ ਜਿਓਗ੍ਰਾਫੀ ਪੜ੍ਹਾਈ ਜਾਂਦੀ ਹੈ ਇਹ ਤਾਂ ਅਧੂਰਾ ਗਿਆਨ ਹੈ। ਮੂਲ ਵਤਨ, ਸੂਖਸ਼ਮ ਵਤਨ, ਸਥੂਲ ਵਤਨ, ਇਹਨਾਂ ਸਭਨਾਂ ਦਾ ਰਾਜ ਸਮਝਾਉਣਾ ਚਾਹੀਦਾ ਹੈ। ਇਹਨਾਂ ਨੂੰ ਜਾਣਦੇ ਨਹੀਂ, ਬਾਕੀ ਅੰਗਰੇਜ਼ਾਂ, ਮੁਸਲਮਾਨਾਂ ਆਦਿ ਦੀ ਹਿਸਟਰੀ ਜਿਓਗ੍ਰਾਫੀ ਲੈ ਬੈਠਦੇ ਹਨ। ਬੇਹੱਦ ਦੀ ਹਿਸਟਰੀ ਜਿਓਗ੍ਰਾਫੀ ਬਾਪ ਹੀ ਸਮਝਾਉਂਦੇ ਹਨ। ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਸਵਰਗ ਦਾ ਪ੍ਰਿੰਸ, ਪ੍ਰਿੰਸੈਸ ਕਿਵੇਂ ਬਣੀਏ? ਆਓ ਤਾਂ ਅਸੀਂ ਤੁਹਾਨੂੰ ਦਸੀਏ। ਹੈਵਨ ਦੇ ਪ੍ਰਿੰਸ, ਪ੍ਰਿੰਸੈਸ ਬਣਨਾ ਹੈ। ਉਹਨਾਂ ਨੂੰ ਇਹ ਵਰਸਾ ਕਿਵੇਂ ਮਿਲਿਆ? ਇਹ ਸੂਰਜਵੰਸ਼ੀ ਡਾਇਨੈਸਟੀ ਕਿਵੇਂ ਸਥਾਪਨ ਹੋਈ? ਇਹ ਨੌਲੇਜ ਨਹੀਂ ਹੈ ਤਾਂ ਤੁਸੀਂ ਫਿਲਾਸਫਰ ਕਾਹੇ ਦੇ ਹੋਏ? ਸਮਝਾਉਣ ਦੀ ਬਾਬਾ ਕਹਿੰਦਾ ਬਹੁਤ ਯੁਕਤੀ ਚਾਹੀਦੀ ਹੈ। ਇਹ ਕੀ ਜਜਮੈਂਟ ਕਰਦੇ ਹਨ। ਧਰਮਰਾਜ ਬਾਬਾ ਦਾ ਬਿਲਕੁਲ ਐਕੂਰੇਟ ਹੈ। ਉਹਨਾਂ ਤੇ ਉੱਪਰ ਤਾਂ ਕੋਈ ਹੈ ਨਹੀਂ, ਇੱਥੇ ਦਾ ਇੱਕ ਦੂਜੇ ਤੇ ਉੱਪਰ ਹਨ। ਸੱਚਾ ਧਰਮਰਾਜ ਦਾ ਸਿਰਫ ਇੱਕ ਹੈ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖਿਆ ਸਾਰ, ਬੁੱਧੀ ਨੂੰ ਹੱਦ ਅਤੇ ਬੇਹੱਦ ਤੋਂ ਪਾਰ ਆਪਣੇ ਸ਼ਾਂਤੀ ਧਾਮ ਵਿੱਚ ਲੈ ਜਾਣਾ ਹੈ। ਦੁੱਖਾਂ ਦੇ ਬੰਧਨਾਂ ਤੋਂ ਛੁੱਟਣ ਲਈ ਈਸ਼ਵਰੀ ਸੰਬੰਧ ਵਿੱਚ ਰਹਿਣਾ ਹੈ। ਦੂਸਰਾ ਪੁਆਇੰਟ, ਸਾਰੇ ਵਿਸ਼ਵ ਦੀ ਖਿਦਮਤ ਕਰਨ ਲਈ 3 ਪੈਰ ਪ੍ਰਿਥਵੀ ਦੇ ਰੂਹਾਨੀ ਯੂਨੀਵਰਸਿਟੀ ਖੋਲ੍ਹਣੀ ਹੈ। ਬੇਹੱਦ ਦੀ ਹਿਸਟਰੀ ਜਿਓਗ੍ਰਾਫੀ ਪੜ੍ਹਨੀ ਅਤੇ ਪੜ੍ਹਾਉਣੀ ਹੈ। ਵਰਦਾਨ ਹੈ ਅੱਜ ਦਾ, ਤਪੱਸਿਆ ਦੁਆਰਾ ਸਰਬ ਕਮਜ਼ੋਰੀਆਂ ਨੂੰ ਭਸਮ ਕਰਨੇ ਵਾਲੇ ਫਸਟ ਨੰਬਰ ਦੇ ਰਾਜ ਅਧਿਕਾਰੀ ਭਵ। ਤਪੱਸਿਆ ਦੁਆਰਾ ਸਰਬ ਕਮਜ਼ੋਰੀਆਂ ਨੂੰ ਭਸਮ ਕਰਨੇ ਵਾਲੇ ਫਸਟ ਨੰਬਰ ਦੇ ਰਾਜ ਅਧਿਕਾਰੀ ਭਵ। ਫਸਟ ਜਨਮ ਵਿੱਚ ਫਸਟ ਨੰਬਰ ਦੀਆਂ ਆਤਮਾ ਦੇ ਨਾਲ ਰਾਜ ਅਧਿਕਾਰ ਪ੍ਰਾਪਤ ਕਰਨਾ ਹੈ ਤਾਂ ਜੋ ਵੀ ਕਮਜ਼ੋਰੀਆਂ ਹਨ ਉਹਨਾਂ ਨੂੰ ਤਪੱਸਿਆ ਦੀ ਯੋਗ ਅਗਨੀ ਵਿੱਚ ਭਸਮ ਕਰੋ। ਮਨ ਬੁੱਧੀ ਨੂੰ ਇਕਾਗਰ ਕਰਨਾ ਮਤਲਬ ਇੱਕ ਹੀ ਸੰਕਲਪ ਵਿੱਚ ਰਹਿ ਫੁੱਲ ਪਾਸ ਹੋਣਾ। ਜੇਕਰ ਮਨ ਬੁੱਧੀ ਜਰਾ ਵੀ ਵਿਚਲਿਤ ਹੋਵੇ ਤਾਂ ਦ੍ਰਿੜਤਾ ਨਾਲ ਇਕਾਗਰ ਕਰੋ। ਵਿਅਰਥ ਸੰਕਲਪਾਂ ਦੀ ਸਮਾਪਤੀ ਹੀ ਸੰਪੂਰਨਤਾ ਨੂੰ ਨੇੜੇ ਲਿਆਵੇਗੀ। ਸਲੋਗਨ ਹੈ ਅੱਜ ਦਾ, ਸਮੇਂ ਨੂੰ ਗਿਣਤੀ ਕਰਨ ਵਾਲੇ ਨਹੀਂ ਲੇਕਿਨ ਬਾਪ ਦੇ ਜਾਂ ਖੁਦ ਦੇ ਗੁਣਾਂ ਦੀ ਗਿਣਤੀ ਕਰ ਸੰਪੰਨ ਬਣੋ।
ਸਮੇਂ ਨੂੰ ਗਿਣਤੀ ਕਰਨ ਵਾਲੇ ਨਹੀਂ, ਲੇਕਿਨ ਬਾਪ ਦੇ ਜਾਂ ਖੁਦ ਦੇ ਗੁਣਾਂ ਦੀ ਗਿਣਤੀ ਕਰ ਸੰਪੰਨ ਬਣੋ। ਅੱਛਾ, ਓਮ ਸ਼ਾਂਤੀ।